ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿਹੜੀ ਵਿਚਾਰ ਚਰਚਾ ਕਰਨੀ ਆ ਉਹ ਖਬਰਾਂ ਨੂੰ ਆਧਾਰ ਬਣਾ ਕੇ ਕਰਨੀ ਹੈ। ਉਹ ਖਬਰਾਂ ਕਿਹੜੀਆਂ ਨੇ, ਆਓ ਇੱਕ ਇੱਕ ਕਰਕੇ ਪਹਿਲਾਂ ਤੁਹਾਡੇ ਨਾਲ ਉਹ ਸਾਂਝੀਆਂ ਕਰ ਲਵਾਂ। ਬੀਤੇ ਕਈ ਦਿਨਾਂ ਤੋਂ ਲਗਾਤਾਰ ਕੁਝ ਮੰਦਭਾਗੀਆਂ ਤੇ ਕੁਝ ਚੰਗੀਆਂ ਖਬਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਆ ਰਿਹਾ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਭਾਵੇਂ ਪੰਜਾਬੀ ਦੀ ਕਿਸੇ ਦੀ ਪ੍ਰਾਪਤੀ ਹੋਵੇ ਜਾਂ ਕਿਸੇ ਪੰਜਾਬੀ ਨੇ ਕੋਈ ਨਵੀਂ ਕਰਤੂਤ ਜਾਂ ਕੋਈ ਨਵਾਂ ਚੰਦ ਚਾੜਿਆ ਹੋਵੇ, ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਬਰੈਂਪਟਨ ਤੋਂ ਖਬਰ ਮਿਲ ਰਹੀ ਹੈ ਕਿ ਬਰੈਂਪਟਨ ਦੇ ਵਿੱਚ 2 ਪੰਜਾਬੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਤੁਸੀਂ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਣ ਦੀ ਖਬਰ ਸੁਣੋਗੇ ਤੇ ਤੁਸੀਂ ਹੈਰਾਨ ਹੋਵੋਗੇ ਕਿ ਇਸ ਤਰ੍ਹਾਂ ਦੇ ਮੁਲਕ ਵਿੱਚ ਆ ਕੇ ਵੀ ਅਸੀਂ ਆਹ ਕਾਰਨਾਮੇ, ਆਹ ਕਰਤੂਤਾਂ ਕਰਨ ਤੋਂ ਕਿਉਂ ਨਹੀਂ ਹਟਦੇ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗਾ। ਇਸੇ ਤਰ੍ਹਾਂ ਇੱਕ ਬ੍ਰਿਟਿਸ਼ ਕੋਲੰਬੀਆ BC ਜਿਹੜੇ ਸੂਬੇ ਵਿੱਚ ਮੈਂ ਰਹਿੰਦਾ, ਇਹਦੇ ਵਿੱਚੋਂ ਇੱਕ ਖਬਰ ਆਈ ਹੈ ਕਿ ਲਗਭਗ 10-12 ਵਰ੍ਹੇ ਪਹਿਲਾਂ ਇੱਕ ਬਾਪ ਨੇ ਉਸਦੇ ਪੁੱਤਰ ਨਾਲ ਲੜਦੇ ਇੱਕ ਹੋਰ ਵਿਦਿਆਰਥੀ ਦਾ ਕੁਟਾਪਾ ਚਾੜ ਦਿੱਤਾ ਸਕੂਲ ਦੇ ਵਿੱਚ। ਉਹਦੇ ਤੋਂ ਬਾਅਦ ਲਗਾਤਾਰ ਕੇਸ ਚੱਲਦਾ ਸੀ ਤੇ ਹੁਣ ਉਸ ਕੇਸ ਦਾ ਫੈਸਲਾ ਆਇਆ। ਫੈਸਲਾ ਬੜਾ ਹੈਰਾਨੀਜਨਕ ਹੈ ਤੇ ਪੀੜਤ ਨੌਜਵਾਨ ਨੇ ਜਿਹੜੀ ਕਹਾਣੀ ਦੱਸੀ ਆ ਉਹ ਆਪਣੇ ਆਪ ਦੇ ਵਿੱਚ ਬੜੀ ਹੈਰਾਨੀਜਨਕ ਹੈ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗਾ। ਇੱਕ ਖਬਰ ਭਾਰਤ ਦੇ ਇੱਕ ਸੂਬੇ ਦੀ ਹੈ। ਭਾਰਤ ਡਿਜੀਟਲ, ਭਾਰਤ ਮਹਾਨ, ਉਹ ਵੱਡੇ ਵੱਡੇ ਬੁੱਤ, ਅਸੀਂ ਫਲਾਣੇ ਮੁਲਕ ਨੂੰ ਝਾੜ ਪਾ ਦੇਂਗੇ, ਅਸੀਂ ਉਹਨੂੰ ਚੱਕ ਲਾਂਗੇ। ਪਰ ਇੱਕ ਜਨਾਨੀ 22 ਵਰ੍ਹਿਆਂ ਦੀ, ਮਹੀਨਾ ਕੁ ਪਹਿਲਾਂ ਬੱਚਾ ਪੈਦਾ ਹੋਇਆ, ਹੁਣ ਉਹਨੂੰ ਵਹਿੰਗੀ ਦੇ ਵਿੱਚ ਚੁੱਕੀ ਤੁਰੇ ਜਾਂਦਿਆਂ ਦੀ ਇੱਕ ਤਸਵੀਰ ਵਾਇਰਲ ਹੋਈ। ਜਦੋਂ ਦਾ ਸੱਚ ਜਾਣਨ ਦੀ ਕੋਸ਼ਿਸ਼ ਕੀਤੀ ਤੇ ਬੜੀ ਹੈਰਾਨੀਜਨਕ ਹੈ। ਉਹ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਾ ਮੁਲਕ ਹਾਲੇ ਵੀ ਇੱਥੇ ਖੜ੍ਹਾ। ਉਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਇੱਕ ਖਬਰ ਬੀਤੇ ਦਿਨੀ 14 ਅਗਸਤ ਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚੋਂ ਮਿਲੀ ਸੀ ਕਿ ਮਾਤਾ ਮਹਿੰਦਰ ਕੌਰ ਰੁਲਦੀ ਰੁਲਦੀ ਕੀੜੇ ਪਏ ਆਖਰਕਾਰ ਚੜ੍ਹਾਈ ਕਰ ਗਈ। ਹਲੇ ਉਹ ਖਬਰ ਦੀ ਸਿਆਹੀ ਨਹੀਂ ਸੀ ਸੁੱਕੀ। ਅੰਮ੍ਰਿਤਸਰ ਵਾਲੇ ਪਾਸਿਓਂ ਖਬਰ ਆਉਣੀ ਸ਼ੁਰੂ ਹੋ ਗਈ ਕਿ ਇੱਕ ਮਾਂ ਹੈ, ਧੱਕੇ ਵੀ ਮਾਰੇ ਆ, ਕੁੱਟ ਕਟਾਪਾ ਵੀ ਚਾੜਿਆ, ਕਦੇ ਰਿਸ਼ਤੇਦਾਰਾਂ 'ਚ, ਕਦੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਰੁਲਦੀ ਫਿਰਦੀ ਹੈ। ਹੁਣ ਉਸ ਕਹਾਣੀ ਦਾ, ਉਸ ਖਬਰ ਦਾ ਇੱਕ ਦੂਸਰਾ ਪਾਸਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਤੌਰ ਮੈਨੇਜਰ ਦੀਆਂ ਸੇਵਾਵਾਂ ਨਿਭਾ ਰਿਹਾ, ਉਹ ਪੁੱਤ ਹੈ ਉਸ ਮਾਂ ਦਾ। ਉਹਨੇ ਜਿਹੜੀ ਖਬਰ ਦਾ ਦੂਜਾ ਪਾਸਾ ਸਾਂਝਾ ਕੀਤਾ, ਉਹ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਹੈ। ਉਹ ਖਬਰ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ। ਹਲੇ ਇਹ ਖਬਰ ਆਲੇ ਦੁਆਲੇ ਘੁੰਮਦੀ ਨਜ਼ਰੀ ਆਈ। ਇੱਕ ਹੋਰ ਰੋਪੜ ਵਾਲੇ ਪਾਸਿਓਂ ਖਬਰ ਆ ਗਈ ਕਿ ਇੱਕ ਨੂੰਹ ਤੇ ਪੁੱਤ ਨੇ ਮਾਂ ਕੁੱਟ ਕਟਾਪਾ ਕੀਤਾ ਤੇ ਐਨ ਰੋਡ ਦੇ ਵਿਚਕਾਰ ਰੱਖ ਕੇ ਮਰ ਜਾਏ। ਪਰ ਇੱਕ ਸਮਾਜ ਸੇਵੀ ਸੰਸਥਾ, ਇੱਕ ਜਥੇਬੰਦੀ ਆ, ਉਹ ਹਸਪਤਾਲ ਪਹੁੰਚਾਇਆ ਹੀ ਹੈ ਮਾਂ ਨੂੰ। ਤੇ ਹੁਣ ਇਸ ਮਸਲੇ 'ਚ ਕੀ ਹੋ ਰਿਹਾ ਹੈ? ਇਹ ਖਬਰਾਂ ਰੋਜ਼ ਲਗਾਤਾਰ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਕਿੱਧਰ ਨੂੰ ਜਾ ਰਹੇ ਹਾਂ ਅਸੀਂ? ਇਹ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਜਿਸ ਦਿਨ ਦੀ ਮਹਾਮਾਰੀ ਆਈ ਹੈ, ਪੈਂਡੈਮਿਕ ਦੇ ਦਿਨਾਂ ਦੇ ਦੌਰਾਨ ਬਹੁਤ ਸਾਰੀਆਂ ਸਰਕਾਰਾਂ ਕਹਿੰਦੇ ਚੰਗੇ ਕੰਮ ਕਰਦੀਆਂ ਨੇ। ਕਈਆਂ ਸਰਕਾਰਾਂ ਦੇ ਉੱਤੇ ਦੋਸ਼ ਇਲਜ਼ਾਮ ਵੀ ਲੱਗਦੇ ਆ ਕਿ ਉਹਨੇ ਆਪਣੇ ਨਾਗਰਿਕਾਂ ਦੀ ਸਾਰ ਨਹੀਂ ਲਈ। ਬਹੁਤ ਸਾਰੇ ਸਟਾਰ, ਬਹੁਤ ਸਾਰੇ ਕਲਾਕਾਰ, ਕਈ ਅੱਗੇ ਆਏ ਤੇ ਕਈ ਚੁੱਪ ਵੱਟੀ ਬੈਠੇ ਆ, ਕਈ ਹੋਰ ਪਾਸੇ ਲੜਾਈਆਂ ਲੜੀ ਜਾਂਦੇ ਆ। ਪਰ ਸੋਨੂ ਸੂਦ ਬੀਤੀ ਇਸ ਮਹਾਮਾਰੀ ਦੇ ਦਿਨਾਂ ਦੇ ਵਿੱਚ ਲਗਾਤਾਰ ਚਰਚਾ ਵਿੱਚ ਨੇ। ਅੱਜ ਜਿਹੜੀ ਇੱਕ ਹੋਰ ਚਰਚਾ ਉਹਨਾਂ ਦੀ ਹੋ ਰਹੀ ਆ, ਉਹ ਵੀ ਹਾਂ ਪੱਖੀ ਹੈ। ਇਹ ਖਬਰ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਇਹ ਕੁਝ ਖਬਰਾਂ ਨੇ ਜਿਨ੍ਹਾਂ ਦਾ ਵਿਸਥਾਰ ਇੱਕ ਇੱਕ ਕਰਕੇ ਆਓ ਸਾਂਝਾ ਕਰੀਏ। ਸਭ ਤੋਂ ਪਹਿਲੀ ਤੇ ਮੰਦਭਾਗੀ ਖਬਰ ਬਰੈਂਪਟਨ ਵਾਲੇ ਪਾਸਿਓਂ ਮਿਲੀ ਹੈ। ਬਰੈਂਪਟਨ ਦੇ ਵਿੱਚ 2 ਪੰਜਾਬੀ, 42 ਵਰ੍ਹਿਆਂ ਦਾ ਮਨਿੰਦਰਜੀਤ ਸਿੰਘ ਢੀਂਡਸਾ, 22 ਵਰ੍ਹਿਆਂ ਦਾ ਅਰਸ਼ਦੀਪ ਸਿੰਘ ਢਿੱਲੋਂ। ਬੀਤੇ ਸ਼ਨੀਵਾਰ ਦੀ ਗੱਲ ਹੈ ਕਿ ਸਵੇਰ ਦੇ 4 ਵਜੇ ਹੋਏ ਸੀ। ਪੁਲਿਸ ਨੂੰ ਇੱਕ ਤੋਂ ਬਾਅਦ ਇੱਕ ਕਈ ਫੋਨ ਗਏ। ਪੁਲਿਸ ਨੇ ਉਹਨਾਂ ਫੋਨ ਕਾਲਸ ਨੂੰ ਰਿਸੀਵ ਕਰਨ ਤੋਂ ਬਾਅਦ ਜਿਸ ਇਲਾਕੇ ਦੇ ਵਿੱਚੋਂ ਫੋਨ ਜਾ ਰਹੇ ਸੀ ਉੱਥੇ ਗਸ਼ਤ ਕੀਤੀ। ਅਸਲ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਹੈ ਹੰਬਰ ਵੈਸਟ ਪਾਰਕਵੇ ਤੇ ਗੌਰਵੇ ਡਰਾਈਵ ਤੇ ਸੀ। ਇੱਕ ਗੈਸ ਸਟੇਸ਼ਨ ਦੇ ਨੇੜੇ ਲੋਕਾਂ ਨੇ ਇੱਕ ਪਿਕਅਪ ਟਰੱਕ ਦੇਖਿਆ। ਪਿਕਅਪ ਟਰੱਕ ਵੀ ਸ਼ੱਕੀ ਲੱਗਿਆ। ਉਸ ਦੇ ਵਿਚਕਾਰ ਜਿਹੜੇ ਬੈਠੇ ਬੰਦੇ ਸੀ, ਦੋਵੇਂ ਪੰਜਾਬੀ ਮੂਲ ਦੇ, ਇੱਕ ਢੀਂਡਸਾ ਤੇ ਇੱਕ ਢਿੱਲੋਂ, ਇਹ ਦੋਵੇਂ ਲੋਕਾਂ ਨੂੰ ਸ਼ੱਕੀ ਲੱਗੇ। ਜਦੋਂ ਪੁਲਿਸ ਨੇ ਆ ਕੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਗੈਸ ਰੇਸ ਨੱਪ ਦਿੱਤੀ, ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਕੈਨੇਡਾ ਦੇ ਵਿੱਚ
ਅਮਰੀਕਾ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਪੁਲਿਸ ਵਾਲਿਆਂ ਕੋਲ ਇੱਕ ਡਿਵਾਈਸ ਹੁੰਦਾ ਹੈ, ਇੱਕ ਚੀਜ਼ ਹੁੰਦੀ ਹੈ ਤੇ ਉਹਨੂੰ ਕਹਿੰਦੇ ਨੇ ਡੀਫਲੇਸ਼ਨ ਡਿਵਾਈਸ। ਭਾਵ ਇੱਕ ਪਟਾ ਜਿਹਾ ਹੁੰਦਾ ਹੈ, ਟਾਇਰ ਜਿਹਾ ਹੁੰਦਾ ਹੈ, ਉਹਦੇ ਵਿੱਚ ਮੇਖਾਂ ਲੱਗੀਆਂ ਹੁੰਦੀਆਂ ਨੇ, ਉਹ ਗੱਡੀ ਦੇ ਸਾਹਮਣੇ ਸੁੱਟ ਦਿੰਦੇ ਆ ਤਾਂ ਕਿ ਗੱਡੀ ਦੇ ਟਾਇਰ ਫਲੈਟ ਹੋ ਜਾਣ, ਪੈਂਚਰ ਹੋ ਜਾਣ, ਹਵਾ ਨਿਕਲ ਜੇ ਤੇ ਗੱਡੀ ਭੱਜਣੋਂ ਹਟ ਜਾਏ। ਜਦ ਨੂੰ ਪੁਲਿਸ ਨੇ ਉਹ ਡਿਵਾਈਸ ਸੁੱਟੀ ਤੇ ਇਹ ਉੱਥੋਂ ਭੱਜਣ ਦੇ ਵਿੱਚ, ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ। ਪਰ ਹੁਣ ਇੱਕ ਪਾਸੇ ਪੁਲਿਸ ਹੈ, ਇੱਕ ਪਾਸੇ ਚੋਰ ਹੋ ਚੱਕੇ ਨੇ। ਪੁਲਿਸ ਵਾਲਿਆਂ ਨੇ ਜੱਦੋ ਜਹਿਦ ਕੀਤੀ, ਭੱਜ ਦੌੜ ਕੀਤੀ, ਜਾ ਕੇ ਨੱਪ ਲਏ। ਹੁਣ ਪਤਾ ਲੱਗਿਆ ਫੜਨ ਤੋਂ ਬਾਅਦ ਦੋਵੇਂ ਗ੍ਰਿਫਤਾਰ ਕਰ ਲਏ, ਦੋਨਾਂ ਦੇ ਉੱਤੇ ਦੋਸ਼ ਚਾਰਜ ਆਇਦ ਕਰ ਦਿੱਤੇ ਹੈ ਕਿ ਇਹ ਬੰਦੇ ਜਿਹੜਾ ਪਿਕਅਪ ਟਰੱਕ ਲਈ ਫਿਰਦੇ ਸੀ ਉਹ ਵੀ ਚੋਰੀ ਕੀਤਾ ਹੋਇਆ ਸੀ। ਅਸਲ ਦੇ ਵਿੱਚ ਇੰਨੇ ਸਾਜਰੇ ਸਵੇਰੇ ਸਵੇਰੇ ਤੜਕੇ ਕੰਮ ਹੋਰ ਕੋਈ ਨਹੀਂ ਸੀ ਨਿਕਲੇ। ਇਹ ਕੋਈ ਕੰਮ ਤੇ ਸ਼ਿਫਟ ਲਾਉਣ ਨਹੀਂ ਸੀ ਜਾ ਰਹੇ, ਇੱਕ ਹੋਰ ਕਾਰ ਚੋਰੀ ਕਰਨ ਦੀ ਫਿਰਾਕ ਵਿੱਚ ਸੀ। ਹੁਣ ਇਹਨਾਂ ਨੂੰ ਸਜ਼ਾ ਕੀ ਬਣਦੀ ਹੈ? ਦੋਸ਼ ਇਹਨਾਂ ਤੇ ਆਇਦ ਕਰ ਦਿੱਤੇ ਗਏ, ਕੇਸ ਇਹਨਾਂ ਤੇ ਦਰਜ ਕਰ ਦਿੱਤੇ ਗਏ, ਮੁਕੱਦਮਾ ਇਹਨਾਂ ਤੇ ਦਰਜ ਚੋਰੀ ਦਾ ਵੀ ਕਰ ਲਿਆ, ਪੁਲਿਸ ਦੇ ਕੰਮ ਦੇ ਵਿੱਚ ਅੜਿੱਕਾ ਡਾਉਣ ਦਾ ਵੀ ਕਰ ਲਿਆ, ਪੁਲਿਸ ਦੀ ਨਜ਼ਰ ਦੇ ਵਿੱਚ ਘੱਟਾ ਪਾ ਕੇ ਦੌੜਨ ਦਾ ਵੀ ਕਰ ਲਿਆ। ਕਈ ਚਾਰਜ ਇਹਨਾਂ ਤੇ ਆਇਦ ਕਰ ਦਿੱਤੇ ਗਏ। ਪਰ ਸੋਚਣ ਦੀ ਗੱਲ ਇਹ ਹੈ ਕਿ ਇੰਨੇ ਖੂਬਸੂਰਤ ਮੁਲਕ ਵਿੱਚ ਜਿੱਥੇ ਹਰ ਇੱਕ ਵਿਅਕਤੀ ਵਾਸਤੇ ਰੁਜ਼ਗਾਰ ਮਿਲ ਜਾਂਦਾ ਹੈ, ਕੰਮ ਦੇ ਮੌਕੇ ਬਰਾਬਰ ਦੇ ਹੈ, ਇਹਦਾ ਮਤਲਬ ਇਹ ਨਹੀਂ ਕੋਈ 20 ਸਾਲ ਪਹਿਲਾਂ ਆਇਆ ਤੇ ਅੱਜ ਕੋਈ ਆ ਗਿਆ ਉਹਨਾਂ ਨੂੰ ਮੌਕੇ ਬਰਾਬਰ ਦੇ ਨਹੀਂ ਮਿਲਣਗੇ। ਤਰੱਕੀ ਦੇ ਮੌਕੇ ਬਰਾਬਰ ਦੇ, ਯੋਗਤਾ ਹੋਣੀ ਚਾਹੀਦੀ ਹੈ। ਜੇ ਅਸੀਂ ਇਹਨਾਂ ਮੁਲਕਾਂ ਵਿੱਚ ਵੀ ਆ ਕੇ ਠੱਗੀਆਂ, ਚੋਰੀਆਂ, ਡਾਕੇ, ਸਾਨੂੰ ਕੋਈ ਹੱਡ ਭੰਨਵੀਂ ਕਾਰ ਕਮਾਈ ਕਰਨੀ ਨਾ ਪਵੇ, ਫਿਰ ਤੇ ਗੁਜ਼ਾਰਾ ਔਖਾ ਹੈ ਬਈ, ਫਿਰ ਤਾਂ ਮੁਸ਼ਕਲ ਹੈ। ਹੁਣ ਦੇਖੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਣਦਾ ਕੀ ਹੈ। ਪਰ ਦੋਵੇਂ ਹੀ ਗ੍ਰਿਫਤਾਰ ਕਰ ਲਏ ਆ, ਪੁਲਿਸ ਹਿਰਾਸਤ ਵਿੱਚ ਨੇ। ਅਗਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਵੀ ਕੈਨੇਡਾ ਦੀ ਖਬਰ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਖਬਰ ਹੈ, BC ਦੀ ਖਬਰ ਹੈ। ਲਗਭਗ ਜਿਹੜੀ ਇਹ ਖਬਰ ਹੈ ਕਿ 10 ਕੁ ਸਾਲ ਪਹਿਲਾਂ ਇੱਕ ਵਿਦਿਆਰਥੀ ਦੂਸਰੇ ਵਿਦਿਆਰਥੀ ਨਾਲ ਸਕੂਲ ਦੇ ਵਿੱਚ ਲੜ ਰਿਹਾ ਹੈ। ਹੁਣ ਆਪਸ ਦੇ ਵਿੱਚ ਪਹਿਲੀ ਗੱਲ ਤੇ ਸਕੂਲ ਦੇ ਵਿੱਚ ਲੜਨਾ ਕੋਈ ਚੰਗੀ ਗੱਲ ਨਹੀਂ। ਅਸੀਂ ਉੱਥੇ ਸਿੱਖਣ ਜਾਂਦੇ ਹਾਂ, ਉੱਥੋਂ ਸਿੱਖਿਅਤ ਹੋ ਕੇ ਫਿਰ ਅਸੀਂ ਆਪਣੀ ਸੋਸਾਇਟੀ ਨੂੰ ਸਰਵ ਕਰਨਾ ਹੁੰਦਾ ਹੈ। ਸਭ ਤੋਂ ਉੱਤਮ ਥਾਂ ਆਖੀ ਜਾ ਸਕਦੀ ਹੈ, ਸੁਰੱਖਿਅਤ ਥਾਂ ਆਖੀ ਜਾ ਸਕਦੀ ਹੈ, ਜਿੱਥੋਂ ਅਸੀਂ ਕੁਝ ਸਿੱਖਦੇ ਹਾਂ। ਪਰ ਉੱਥੇ ਇਹ ਆਮ ਵਰਤਾਰਾ, ਸਕੂਲਾਂ ਕਾਲਜਾਂ ਦੇ ਵਿੱਚ ਲੋਕ ਬੱਚੇ ਲੜ ਪੈਂਦੇ ਆ। ਜਦੋਂ ਉਹ ਲੜਦੇ ਸੀ, ਜੇਕਰ ਤਾਂ ਦੋਵਾਂ ਤੱਕ ਗੱਲ ਰਹਿੰਦੀ, ਸ਼ਾਇਦ ਆਹ ਗੱਲ ਅੱਜ ਖਬਰ ਨਾ ਬਣਦੀ। ਪਰ ਉਹਨਾਂ ਵਿੱਚੋਂ ਇੱਕ ਲੜਕੇ ਦੇ ਬਾਪ ਨੇ ਆਪਣੇ ਮੁੰਡੇ ਦਾ ਸਾਥ ਦਿੱਤਾ ਛਡਾਉਣ ਦੀ ਬਜਾਏ। ਦੂਸਰਾ ਲੜਕਾ ਜਿਹੜਾ ਉਸ ਵਕਤ ਸਿਰਫ 14 ਵਰ੍ਹਿਆਂ ਦਾ ਸੀ, ਬੁਰੀ ਤਰ੍ਹਾਂ ਝੰਬ ਸੁੱਟਿਆ, ਕੁੱਟ ਸੁੱਟਿਆ। ਜਦੋਂ ਉਸ ਲੜਕੇ ਦੇ ਸੱਟ ਫੇਟ ਲੱਗੀ ਤੇ ਉਹਨੇ ਜਾ ਕੇ ਆਪਣੀ ਘਰੇ ਮਾਂ ਨੂੰ ਦੱਸਿਆ। ਅਕਸਰ ਹੁੰਦਾ ਹੀ ਹੈ, ਆਪਣੇ ਬੱਚੇ ਨੂੰ ਕੋਈ ਬਾਹਰ ਕੁੱਟੇ, ਕੋਈ ਮਾਰੇ, ਉਹਨੇ ਘਰ ਆ ਕੇ ਦੱਸਣਾ। ਉਹਦੀ ਮਾਂ ਨੇ ਫਿਰ ਅਦਾਲਤ ਦਾ ਦਰਵਾਜ਼ਾ ਖੜਕਾ ਦਿੱਤਾ। ਉਦੋਂ ਦਾ ਇਹ ਕੇਸ ਚੱਲਦਾ ਹੁੰਦਾ ਸੀ, ਉਦੋਂ ਮੁੰਡਾ 14 ਵਰ੍ਹਿਆਂ ਦਾ ਸੀ ਤੇ ਅੱਜ ਇਹ ਮੁੰਡਾ 26 ਵਰ੍ਹਿਆਂ ਦਾ ਜਵਾਨ ਹੋ ਚੁੱਕਾ ਹੈ। ਉਸ ਵਕਤ ਦਾ ਇਹ ਮੁਕੱਦਮਾ ਲਗਾਤਾਰ ਚੱਲਦਾ ਆ ਰਿਹਾ ਸੀ। ਹੁਣ ਅਦਾਲਤ ਦੇ ਵਿੱਚ ਪੀੜਤ ਉਸ ਨੌਜਵਾਨ ਨੇ, ਜਿਹੜਾ ਹੁਣ 26 ਦਾ ਹੋ ਚੁੱਕਿਆ, ਦੱਸਿਆ ਕਿ ਸਕੂਲ ਦੇ ਵਿੱਚ ਮੈਂ ਤੇ ਮੇਰਾ ਜਮਾਤੀ ਅਸੀਂ ਲੜ ਰਹੇ ਸੀ। ਲੜਦੇ ਉਸਦੇ ਬਾਪ ਨੇ ਆ ਕੇ ਵਿੱਚ ਇੰਟਰਫੀਅਰ ਕੀਤਾ ਤੇ ਮੈਨੂੰ ਬੁਰੀ ਤਰ੍ਹਾਂ ਪਟਕਾ ਕੇ ਮਾਰਿਆ ਤੇ ਮੈਨੂੰ ਝਾਂਬਾ ਲਾ ਦਿੱਤਾ, ਮੈਨੂੰ ਕੁੱਟਿਆ। ਕੁੱਟਣ ਤੋਂ ਬਾਅਦ ਇਹ ਲੜਕਾ ਜਿਹੜਾ ਪੀੜਤ ਹੈ ਕਹਿੰਦਾ ਮੇਰੇ ਬਹੁਤ ਵੱਡੇ ਸੁਪਨੇ ਸੀ ਜਿਹੜੇ ਮੈਂ ਕੈਰੀਅਰ ਦੇ ਵਿੱਚ ਅੱਗੇ ਜਾ ਕੇ ਸਾਕਾਰ ਕਰਨੇ ਚਾਹੁੰਦਾ ਸੀ, ਪਰ ਉਸ ਕੁੱਟ ਦੀ ਕਾਰਨ ਨਾ ਮੈਂ ਚੱਜ ਨਾਲ ਪੜ੍ਹ ਸਕਿਆ, ਨਾ ਮੈਂ ਉਹ ਸੁਪਨੇ ਸਾਕਾਰ ਕਰ ਸਕਿਆ। ਉਹ ਕਹਿੰਦਾ ਮੇਰੇ ਦਾਦਾ ਜੀ ਦਾ ਲੱਕੜ ਦਾ ਕੋਈ ਕਾਰੋਬਾਰ ਸੀ, ਮੈਨੂੰ ਹੁੰਦਾ ਸੀ ਕਿ ਵੱਡਾ ਹੋ ਕੇ ਮੈਂ ਦਾਦਾ ਜੀ ਦੇ ਨਾਲ ਕੰਮ ਕਰਾਂਗਾ ਤਾਂ ਇਹੀ ਕੰਮ ਕਰਨਾ ਹੈ। ਪਹਿਲੀ ਗੱਲ ਤਾਂ ਕਹਿੰਦੇ ਉੱਥੋਂ ਮੈਂ ਡਾਈਵਰਟ ਹੋ ਗਿਆ, ਮੈਂ ਕੰਮ ਕਰ ਨਹੀਂ ਸਕਦਾ। ਦੂਸਰੀ ਗੱਲ, ਉਸ ਕੁੱਟ ਤੋਂ ਬਾਅਦ ਲਗਾਤਾਰ ਮੇਰੇ ਸਿਰ ਦਰਦ ਰਹਿਣ ਲੱਗਾ ਤੇ ਮਾਈਗ੍ਰੇਨ ਮੈਨੂੰ ਪੱਕੇ ਤੌਰ ਤੇ ਰਹਿਣ ਲੱਗ ਪਈ। ਤੀਸਰੀ ਗੱਲ, ਕਹਿੰਦੇ ਜਦੋਂ ਮੈਂ ਉਸੇ ਸਕੂਲ ਵਿੱਚ ਜਾਂਦਾ ਸੀ ਮੈਨੂੰ ਲੱਗਦਾ ਸੀ ਕਿ ਸਿੱਖਿਅਤ ਹੋਣ ਦੀ ਥਾਂ ਤੇ ਸੁਰੱਖਿਅਤ ਥਾਂ ਹੈ। ਮੈਂ ਜਦ ਉਸ ਥਾਂ ਦੇ ਕੋਲ ਦੀ ਲੰਘਦਾ ਸੀ ਜਿੱਥੇ ਮੇਰਾ ਕੁਟਾਪਾ ਹੋਇਆ ਸੀ ਤੇ ਮੈਂ ਉਹ ਫਿਲਮ, ਉਹ ਰੀਲ ਦੁਬਾਰਾ ਚੱਲਣ ਲੱਗ ਪੈਂਦੀ ਸੀ, ਮੇਰੇ ਉਹ ਜ਼ਖਮ ਤਾਜ਼ਾ ਹੋ ਜਾਂਦੇ ਸੀ, ਸਾਰੇ ਹਰੇ ਹੋ ਜਾਂਦੇ ਸੀ। ਮੈਨੂੰ ਅੱਜ ਤੱਕ ਕਹਿੰਦੇ ਗੱਲ ਭੁੱਲੀ ਨਹੀਂ। ਜੇ ਮੈਨੂੰ ਅੱਜ ਵੀ ਸੁਪਨੇ ਆਉਂਦੇ ਨੇ ਤੇ ਉਸ ਮਾੜੀ ਤੇ ਮੰਦਭਾਗੀ ਘਟਨਾ ਦੇ ਅੱਜ ਵੀ ਯਾਦ ਕਰਕੇ ਮੈਨੂੰ ਸਕੂਲ ਵੱਲ ਜਾਣ ਵੇਲੇ ਘਿਣ ਆਉਂਦੀ ਹੈ। ਇਹਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਮੈਂ ਜਿਹੜੇ ਥਾਂ ਤੋਂ ਕੁਝ ਹਾਸਲ ਕਰਨਾ ਚਾਹੁੰਦਾ ਸੀ ਉਸ ਸਕੂਲ ਦੇ ਵਿੱਚ ਮੈਂ ਮੁੜ ਕੇ ਉਹ ਚੀਜ਼ ਹਾਸਲ ਨਹੀਂ ਕਰ ਸਕਿਆ, ਭਾਵ ਮੈਂ ਆਪਣੇ ਟੀਚੇ ਤੋਂ ਭਟਕ ਗਿਆ। ਮਾਣਯੋਗ ਅਦਾਲਤ ਨੇ ਜਿਹੜਾ ਫੈਸਲਾ ਸੁਣਾਇਆ ਉਹ ਫੈਸਲਾ ਬੜਾ ਅਹਿਮ ਹੈ। ਉਹ ਫੈਸਲਾ ਇਹ ਹੈ, ਉਹ ਕਹਿੰਦੇ ਦੇਖੋ ਮਾਨਸਿਕ ਪੀੜ ਵੀ ਹੋਈ ਹੈ,
ਸਰੀਰਕ ਪੀੜ ਵੀ ਹੋਈ ਹੈ ਤੇ ਆਪਣੇ ਇਹ ਟੀਚੇ ਤੋਂ ਵੀ ਭਟਕੇ ਹੈ। ਹੁਣ ਮਾਨਸਿਕ ਪੀੜਾ ਤੇ ਸਰੀਰਕ ਪੀੜਾ ਦੇ 4,79,000 ਜੁਰਮਾਨਾ ਕੀਤਾ ਗਿਆ ਉਸ ਵਿਅਕਤੀ ਨੂੰ ਜਿਹਨੇ ਕੁੱਟਿਆ ਸੀ। ਇਹਦੇ ਇਲਾਵਾ 35,000 ਬਾਕੀ ਦੀ ਭਰਪਾਈ ਕਰਨ ਵਾਸਤੇ, ਭਾਵ $500,000 ਤੋਂ ਜ਼ਿਆਦਾ ਉਸ ਵਿਅਕਤੀ ਨੂੰ ਮੁਆਵਜ਼ਾ ਮਿਲਿਆ ਤੇ ਦੂਸਰੇ ਵਿਅਕਤੀ ਨੂੰ ਕੁੱਟਣ ਵਾਲਿਆਂ ਨੂੰ ਹਰਜ਼ਾਨਾ ਲਗਾ ਦਿੱਤਾ ਗਿਆ। $5 ਲੱਖ ਤੋਂ ਵੱਧ ਮੁਆਵਜ਼ੇ ਦੇ ਰੂਪ ਵਿੱਚ ਉਸ ਪੀੜਤ ਵਿਅਕਤੀ ਨੂੰ ਮਿਲ ਗਿਆ। ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ, ਤੁਹਾਨੂੰ ਪਤਾ ਹੈ ਕਿ ਬੀਤੇ ਪੈਂਡੈਮਿਕ ਦੇ ਦਿਨਾਂ ਤੋਂ ਦੌਰਾਨ ਲਗਭਗ ਫਰਵਰੀ ਤੋਂ ਬਾਅਦ ਮਾਰਚ ਤੇ ਅਪ੍ਰੈਲ ਤੇ ਨਾਲ ਥੋੜਾ ਜਿਹਾ ਮਈ ਦਾ ਮਹੀਨਾ ਜ਼ੋਰਾਂ ਤੇ ਸੀ, ਜਦੋਂ ਪੰਜਾਬ ਦੇ ਵਿੱਚ ਰਹਿਣ ਵਾਲੇ ਮਜ਼ਦੂਰ ਆਪੋ ਆਪਣੇ ਗ੍ਰਹਿ ਸੂਬਿਆਂ ਵੱਲ ਨੂੰ ਜਾਣ ਲੱਗੇ। ਇਸੇ ਤਰ੍ਹਾਂ ਮਹਾਰਾਸ਼ਟਰ ਤੋਂ ਹਰ ਇੱਕ ਸੂਬੇ ਤੋਂ ਆਪੋ ਆਪਣੇ ਗ੍ਰਹਿ ਸੂਬੇ ਵੱਲ ਨੂੰ ਮਜ਼ਦੂਰਾਂ ਨੇ ਵਹੀਰਾਂ ਘੱਤੀਆਂ। ਰੋਜ਼ਾਨਾ ਖਬਰਾਂ ਆਉਂਦੀਆਂ ਸੀ ਕਿ ਕਿਸੇ ਦੇ ਪੈਰ ਵਿੱਚ ਗਰਮੀ ਦੇ ਦਿਨਾਂ ਦੇ ਵਿੱਚ ਚੱਪਲ ਨਹੀਂ, ਕਿਸੇ ਦੇ ਸਿਰ ਤੇ ਟੋਪੀ ਨਹੀਂ, ਕਿਸੇ ਨੇ ਆਪਣੀ ਫੁੱਲ ਭਰ ਬੱਚੀ ਜਾਂ ਬੱਚਿਆਂ ਨੂੰ ਸਿਰ ਤੇ ਚੁੱਕ ਕੇ ਕਈ ਦਿਨ ਭੁੱਖੇ ਪਿਆਸੇ 8-8 ਦਿਨ 10-10 ਦਿਨ ਸਫ਼ਰ ਕੀਤਾ। ਰਸਤੇ 'ਚ ਖਾਣ ਪੀਣ ਨੂੰ ਬਹੁਤਾ ਨਹੀਂ ਮਿਲਿਆ। ਇਹ ਵੀ ਪਤਾ ਲੱਗਿਆ ਸੀ ਕਈ ਦੀਆਂ ਰਸਤੇ ਦੌਰਾਨ ਐਕਸੀਡੈਂਟ ਹੋਣ ਕਾਰਨ ਕਈਆਂ ਦੀ ਭੁੱਖ ਦੇ ਕਾਰਨ ਮੌਤ ਹੋਈ ਹੈ। ਪਰ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਮੰਦੀਆਂ ਤੇ ਮੰਦਭਾਗੀਆਂ ਖਬਰਾਂ ਦੇ ਵਿਚਕਾਰ ਇੱਕ ਨਾਮ ਗੂੰਜਣ ਲੱਗਿਆ ਸੀ। ਉਹ ਬਾਲੀਵੁੱਡ ਐਕਟਰ ਨੇ ਸੋਨੂ ਸੂਦ। ਸਬੰਧ ਉਹਨਾਂ ਦਾ ਮੋਗੇ ਨਾਲ ਹੈ। ਉਦੋਂ ਤੋਂ ਖਬਰਾਂ ਆਉਣ ਲੱਗੀਆਂ ਕਿ ਨਾ ਭੁੱਖੇ ਮਜ਼ਦੂਰਾਂ ਦੇ ਵਾਸਤੇ ਰੋਟੀ ਪਾਣੀ ਦਾ ਪ੍ਰਬੰਧ ਵੀ ਕੀਤਾ, ਵਿਦੇਸ਼ ਵਿੱਚ ਫਸੇ ਨੌਜਵਾਨਾਂ ਨੂੰ ਭਾਰਤ ਲਿਆਉਣ ਦਾ ਪ੍ਰਬੰਧ ਵੀ ਕੀਤਾ। ਬੀਤੇ ਦਿਨੀ ਜ਼ਹਿਰੀਲੀ ਸ਼ਰਾਬ ਪੀ ਕੇ ਪੰਜਾਬ ਦੇ ਵਿੱਚ ਕੁਝ ਮਰੇ ਪਰਿਵਾਰਾਂ ਦੇ ਜੀਆਂ ਦੀ ਬਾਂਹ ਫੜੀ, ਚੰਗੇ ਸਕੂਲਾਂ ਵਿੱਚ ਉਹਨਾਂ ਨੂੰ ਪੜ੍ਹਾਉਣ ਤੇ ਉਹਨਾਂ ਨੂੰ ਸਿਰ ਤੇ ਛੱਤ ਦੇਣ ਦੇ ਵਾਅਦੇ ਵੀ ਕੀਤੇ। ਲਗਾਤਾਰ ਹਾਂ ਪੱਖੀ ਖਬਰਾਂ ਸੋਨੂ ਸੂਦ ਦੇ ਨਾਲ ਜੁੜਦੀਆਂ ਜਾ ਰਹੀਆਂ ਨੇ। ਹੁਣ ਤੁਹਾਨੂੰ ਪਤਾ ਹੋਣਾ ਕਿ ਇਹਨਾਂ ਦਿਨਾਂ ਦੇ ਵਿੱਚ ਲਗਭਗ ਹਰ ਇੱਕ ਥਾਂ ਦੇ ਉੱਤੇ ਬੱਚਿਆਂ ਨੂੰ ਜੇ ਪੜ੍ਹਾਇਆ ਜਾਂਦਾ ਤਾਂ ਬਹੁਤਿਆਂ ਨੂੰ ਆਨਲਾਈਨ ਪੜ੍ਹਾਇਆ ਜਾ ਰਿਹਾ। ਪਰ ਹਰਿਆਣੇ ਦੇ ਵਿੱਚੋਂ ਖਬਰ ਮਿਲ ਰਹੀ ਹੈ ਕਿ ਹਰਿਆਣਾ ਦਾ ਮੋਰਨੀ ਇਲਾਕਾ ਦਾ ਪਿੰਡ ਕੋਟੀ, ਉਸ ਕੋਟੀ ਸਕੂਲ ਦੇ ਵਿੱਚ ਲਗਭਗ 190 ਵਿਦਿਆਰਥੀ ਪੜ੍ਹਦੇ ਨੇ। ਜਾਂ ਤਾਂ ਉਹਨਾਂ ਵਿੱਚੋਂ ਬਹੁਤ ਸਾਰੇ ਆਨਲਾਈਨ ਪੜ੍ਹ ਨਹੀਂ ਸੀ ਸਕਦੇ ਕਿਉਂਕਿ ਉਹਨਾਂ ਕੋਲ ਸਮਾਰਟਫੋਨ ਨਹੀਂ ਸੀ, ਜਾਂ ਫਿਰ ਜੋ ਪੜ੍ਹਨਾ ਹੀ ਚਾਹੁੰਦੇ ਸੀ ਤਾਂ ਉਹਨਾਂ ਨੂੰ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਿਸੇ ਹੋਰ ਪਿੰਡ ਵਿੱਚ ਆਪਣੇ ਦੋਸਤ ਕੋਲ ਜਾਣਾ ਪੈਂਦਾ ਸੀ, ਜਿਨ੍ਹਾਂ ਕੋਲੇ ਮੋਬਾਈਲ ਫੋਨ ਵੀ ਹੈ ਤੇ ਨਾਲ ਨੈਟਵਰਕ ਵੀ ਹੈ। ਹੁਣ ਜਦੋਂ ਇਹ ਖਬਰ ਸੋਨੂ ਸੂਦ ਦੇ ਕੰਨੀ ਪਈ ਕਿ 190 ਵਿਦਿਆਰਥੀ ਨੇ, ਕੋਟੀ ਪਿੰਡ ਤੇ ਪੈਂਦਾ ਹਰਿਆਣੇ 'ਚ, ਪੜ੍ਹਨਾ ਬੱਚੇ ਚਾਹੁੰਦੇ ਨੇ ਪਰ ਮੋਬਾਈਲ ਫੋਨ ਤੇ ਸਮਾਰਟਫੋਨ ਉਹਨਾਂ ਕੋਲ ਹੈ ਨਹੀਂ। ਅਸਲ ਦੇ ਵਿੱਚ ਇਹ ਜਿਹੜੀ ਖਬਰ ਪਹੁੰਚੀ PhD CCI ਦੇ ਚੇਅਰਮੈਨ ਨੇ ਕਰਨ ਗਿਲੋਤਰਾ, ਇਹ ਸੋਨੂ ਸੂਦ ਦੇ ਮਿੱਤਰ ਨੇ। ਉਹਨਾਂ ਨੇ ਟਵੀਟ ਵੀ ਕੀਤਾ ਹੈ ਇਸ ਚੀਜ਼ ਦੇ ਬਾਬਤ। ਤੇ ਅੱਜ ਗਲਹੋਤਰਾ ਸਾਹਿਬ ਤੇ ਨਾਲ ਸੋਨੂ ਸੂਦ ਹੋਰਾਂ ਨੇ ਟਵੀਟ ਹੀ ਨਹੀਂ ਗੱਲਾਂ ਕੀਤਾ, ਇਹਨਾਂ ਬੱਚਿਆਂ ਨੂੰ ਮੋਬਾਈਲ ਫੋਨ ਵੀ ਦਿੱਤੇ ਆ, ਸਮਾਰਟਫੋਨ ਵੀ ਦਿੱਤੇ ਆ ਤੇ ਨਾਲ ਅੱਜ ਤੋਂ ਆਨਲਾਈਨ ਸਟੱਡੀ, ਆਨਲਾਈਨ ਪੜ੍ਹਾਈ ਦੀ ਇੱਕ ਮੁਹਿੰਮ ਦਾ ਆਗਾਜ਼ ਕਰ ਦਿੱਤਾ। ਇੰਨਾ ਹੀ ਨਹੀਂ, ਇਹਨਾਂ ਬੱਚਿਆਂ ਦੇ ਨਾਲ ਵਰਚੁਅਲ ਵੀਡੀਓ ਦੇ ਰਾਹੀਂ ਉਹਨਾਂ ਨੇ ਗੱਲਬਾਤ ਵੀ ਕੀਤੀ, ਡਾਇਲੌਗ ਵੀ ਕੀਤਾ, ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਸੋਨੂ ਸੂਦ ਕਹਿੰਦੇ ਮੈਂ ਚਾਹੁੰਦਾ ਕਿ ਜੇਕਰ ਕੋਈ ਬੱਚਾ ਪੜ੍ਹਨਾ ਚਾਹੁੰਦਾ ਹੈ ਉਹ ਇਸ ਕਰਕੇ ਪੜ੍ਹਾਈ ਤੋਂ ਵਾਂਝਾ ਨਾ ਰਹੇ ਜੇ ਕਿ ਉਹਦੇ ਕੋਲ ਸਮਾਰਟਫੋਨ ਨਹੀਂ। ਇਹ ਕੰਮ ਅਸਲ 'ਚ ਸਰਕਾਰਾਂ ਦੇ ਹੈ। ਜੇ ਇਹ ਖਬਰ ਮੁੰਬਈ ਬੈਠੇ ਸੋਨੂ ਸੂਦ ਦੇ ਕੰਨੀ ਪੈ ਸਕਦੀ ਹੈ, ਹਰਿਆਣੇ ਵਿੱਚ ਕਿਹੜਾ ਸਰਕਾਰ ਨਹੀਂ, ਹਰਿਆਣੇ ਵਿੱਚ ਕਿਹੜਾ ਹੋਰ ਬਹੁਤ ਸਾਰੇ ਲੋਕ ਧਨਾੜ ਨਹੀਂ ਰਹਿੰਦੇ, ਹਰਿਆਣੇ ਦੇ ਕਿਹੜਾ ਕਲਾਕਾਰ ਨਹੀਂ ਰਹਿੰਦੇ ਹੋਣੇ। ਪਰ ਇਹ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਤੋਂ ਪਿੱਠ ਨਹੀਂ ਦਿਖਾ ਰਿਹਾ ਬੰਦਾ। ਸੋਨੂ ਸੂਦ ਲਗਾਤਾਰ ਹਾਂ ਪੱਖੀ ਖਬਰਾਂ ਦੇ ਕਾਰਨ ਚਰਚਾ ਵਿੱਚ, ਅਤੇ ਖਬਰਾਂ ਉਛਾਲਣੀਆਂ ਬਹੁਤ ਜ਼ਰੂਰੀ ਨੇ ਤਾਂ ਕਿ ਇਹਨਾਂ ਨੂੰ ਦੇਖ ਕੇ ਕੁਝ ਹੋਰ ਵਿਅਕਤੀ ਵੀ ਅੱਗੇ ਆਉਣ। ਇਹ ਨਾ ਕਿ ਸਾਡੇ ਵਾਲਿਆਂ ਵਾਂਗੂ ਕਿ ਮੇਰੀ ਫੋਟੋ ਉੱਤੇ ਲਾਤੀ, ਦੂਜੇ ਦੀ ਫੋਟੋ ਹੇਠੇ ਲਾਤੀ, ਇਸੇ ਗੱਲ ਕਰਕੇ ਲੜੀ ਜਾਈਏ। ਫੈਨ ਕਿਸੇ ਦੇ ਬਣਨਾ ਬਹੁਤ ਚੰਗੀ ਗੱਲ ਹੈ, ਪਰ ਗਲਤ ਨੂੰ ਗਲਤ, ਠੀਕ ਨੂੰ ਠੀਕ ਕਹਿਣਾ ਸਮੇਂ ਤੇ ਬਹੁਤ ਲਾਜ਼ਮੀ ਤੇ ਜ਼ਰੂਰੀ ਹੈ। ਅਗਲੀ ਖਬਰ, ਹਮੇਸ਼ਾ ਅਸੀਂ ਗੱਲ ਕਰਦੇ ਹਾਂ ਕਿ ਭਾਰਤ ਮਹਾਨ ਹੈ, ਅਸੀਂ ਕਹਿੰਦੇ ਹਾਂ ਕਿ ਭਾਰਤ ਵਰਗਾ ਕੋਈ ਨਹੀਂ। ਪ੍ਰਧਾਨ ਮੰਤਰੀ ਸਾਹਿਬ ਵੀ ਕਹਿੰਦੇ ਨੇ ਕਿ ਭਾਰਤ ਮੈਂ ਡਿਜੀਟਲ ਬਣਾ ਦੇਣਾ। ਉਹ ਵੱਡੇ ਵੱਡੇ ਬੁੱਤ ਕਈ ਸੌ ਫੁੱਟ ਉੱਚੇ ਲਾ ਲਏ, ਪਤਾ ਨਹੀਂ ਕਿ ਉਹਦੀ ਛਾਂ ਹੇਠ ਲੋਕ ਬਹਿੰਦੇ ਆ ਕਿ ਉਹ ਰੋਟੀ ਖਾਣ ਨੂੰ ਦਿੰਦੇ ਆ। ਬੁੱਤ ਲਾ ਲਾਓ, ਪਰ ਤੁਸੀਂ ਇਹ ਦੇਖੋ ਕਿ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਕਿ ਸਾਡੇ ਨਾਗਰਿਕਾਂ ਨੂੰ ਮਿਲਣ ਲੱਗ ਗਈਆਂ, ਕਿ ਸਾਰਿਆਂ ਤੱਕ ਮੁੱਢਲੀ ਸਿੱਖਿਆ ਪਹੁੰਚ ਗਈ, ਕਿ ਸਾਰਿਆਂ ਤੱਕ ਪੀਣ ਵਾਲਾ ਪਾਣੀ ਪਹੁੰਚ ਗਿਆ, ਕਿ ਸਾਰੇ ਪਿੰਡਾਂ ਦੇ ਵਿੱਚ ਬਿਜਲੀ ਦਾ, ਪਾਣੀ ਦਾ ਪ੍ਰਬੰਧ ਕਰ ਦਿੱਤਾ, ਕਿ ਗਲੀਆਂ ਨਾਲੀਆਂ ਸਾਰੇ ਪਿੰਡਾਂ ਦੀਆਂ ਬਣ ਗਈਆਂ। 74-75 ਵਰ੍ਹੇ ਹੋ ਚੱਲੇ ਆ ਹੁਣ ਤਾਂ ਆਜ਼ਾਦੀ ਆਈ ਨੂੰ,
पर आ जिहड़ी खबर मैं तुहाडे नाल साझी करना, तुहानूं सुण के पता लगेगा कि भारत हले इत्थे भी खड़ा है, भारत के पिंड हले इत्थे भी खड़े ने। आ जिहड़ी डिजिटल इंडिया की कहानी है। छत्तीसगढ़ पैंदा सूबा, छत्तीसगढ़ सूबे दे विच सूरजपुर जिले का बैजनपाट पिंड है एक। इस पिंड दे विच लगभग 1 महीना पहला कृष्णा यादव की 22 वरियां की घरवाली, सिर्फ 22 वरियां की घरवाली ने 1 महीना पहला, इसका नाम है रामदसिया। रामदसिया ने एक बच्चे को जन्म दिता तो बच्चे को जन्म देने तो बाद लगातार इस औरत की स्थिति विगड़ती चले गई। हुण पिंड वाले की करते, जिहड़ा ओढ़ पोड़ घरे कर सकते सी कीता, ते आखिरकार नौबत ये आ गई कल बीते सोमवार नूं कि हस्पताल लिजाण तो बगैर गुजारा हो नहीं सकना। हुण यादव ने भी सोचा, रामदासिया ने भी सोचा कि चलो बई जाना पैना है। जाण किवें? पता किया आले दुआले जाके भी उस हस्पताल ले जाना पऊ। उन्होंने कहा भी भाई सानू एंबूलेंस भेज दिओ। जिहड़ा नेड़े दा सेहत केंद्र है बिहारपुर, उस सेहत केंद्र का नाम है बिहारपुर के सेहत केंद्र वाले कहंदे इत्थों एंबूलेंस असीं तोड़ दिंदे पर तुहाडे पिंड नहीं पहुँच सकदी। हुण जिहड़ा ये पिंड है, इस पिंड तो 6 किलोमीटर दूर तक कोई चपहिया गड्डी जा ही नहीं सकती, कोई कार कोई मोटर गड्डी जा ही नहीं सकती, कोई सड़क ही है नहीं। जदों इस खबर की जांच पड़ताल ते घोख करने की कोशिश की कि की किते बैजनपाट पिंड ही इस तरह का पिंड है, होरां पिंडां नूं सड़क जाती है। ये बैजनपाट पिंड के आले दुआले 15 पिंड होर ने जिहड़े पिंड दे विच कोई कार कोई जीप कोई ट्रक कोई बस जा ही नहीं सकती। असीं डिजिटल इंडिया बनाउण तुरे होए हां। हुण वो 15 पिंडां दे विच किते कोई बीमार नहीं हुंदा होना, की किते उन्हां नूं एंबूलेंस की जरूरत नहीं पैंदी होनी। फिर हुण करते तां की करदे, बैंगी जिवें सरवण पुत्र वाली तुसीं फोटो देखी होनी है, विचाले बैंगी दे विच इस 22 वरियां दी रामदासिया नूं बिठाया, गोदी च इन्नी बीमार होने के बावजूद उसने 1 महीने के बच्चे नूं फड़िया, 6 किलोमीटर तक मोढियां ते रख के इस औरत ते उस बच्चे नूं उस एंबूलेंस तक लैके आए। तो उहदे तो बाद हुण जदों सरकार नूं पुछया गया कि भाई आ जवाब दिओ, ये तो उहदी वधी होई है, हुण 6 किलोमीटर का सफ़र मोढियां ते रख के किवें तय कीता होना। पहलां वो एंबूलेंस वालिਆਂ ਨੂੰ ਪੁੱਛਣ ਗਿਆ कि भाई साडे पिंड फलाणे थां लिया के एंबूलेंस कढ़ा दिओ, उत्थे तक असीं आपदी औरत नूं लै आवांगे। ये तो वधी होई ਦੀਆਂ कहानियां ने। असीं ਇੱਥੇ देखदे हां कि जेकर एंबूलेंस विदन 2-3-5 मिनट नहीं आई तो लोग उपरली धरती उपर ते हेठली हेठ कर दिंदे आ कि आ होया की, तुसीं सानूं सर्विसिस क्यों नहीं प्रोवाइड कर रहे। हुण वो कहंदे असीं ऐ करांगे जी, आउण वाले 2-4 दिनां दे विच जावांगे, उन्हां पिंडां दा दौरा करांगे, देखदे हां जिहड़ी मनरेगा वाले ने उन्होंने कहांगे कि आले दुआले दरख्त पट्टण तो फिर सड़क बारे देख लांगे, सड़क बनाउणी पैगी। कमाल आ, 74-75 वरे हो गए आज़ादी आई नूं, आ 15 पिंडां दा इक्को ही ब्लॉक नहीं, होर बथेरे पिंड होणगे जिन्हां पिंडां नूं हाले सड़क नहीं जाती, जिथे कार जीप बस ट्रक कोई जा नहीं सकता, वो भी उसे भारत के वासी ने। अगली खबर जिहड़ी मैं तुहाडे नाल साझी करनी चाहुंदा, बीती 14 अगस्त को श्री मुक्तसर साहब दे विचों खबर आई सी कि माता महेंद्र कौर रुल रही है, सड़क किनारे रुल रही है, कीड़े सिर विच पै चुके हैं। परिवार नूं लोकां ने बड़ियां लाहणतां पाईयां, माता जी तो चढ़ाई कर गए सी। पर इन्हां खबरां दे इर्द गिर्द एक खबर अमृतसर साहब वालों आई सी कि उत्थे एक अमृतधारी बीबी जी है, कदे गुरुद्वारा साहब च किसी चलन कटदी है तो कदे किसी रिश्तेदार कोल चले जाती है। उन्होंने ये भी इल्ज़ाम लाया सी कि मेरी नूंह ते मेरे पुੱਤ ने मैनूं कुੱਟਿਆ भी है, मारिया भी है तो घरों भी कढ़िया। लोगों के चर्चा यहदी भी हुई सी। पर हुण दूसरे पासे जिहड़ी खबर आ गई है, वो औरत दा पुੱਤ श्रोमणी गुरुद्वारा प्रबंधक कमेटी दे विच बतौर मैनेजर दीयां सेवावां निभा रहा है। वो कहंदा असल ये मामला नहीं जिहड़ी मेरी मां दस रही है। हुण पहलां एक पासे दी खबर सी, हुण दूसरा खबर दा पासा। वो कहंदा मेरा यह विआह दूजा है, पहला मेरा तलाक होया है, तलाक होण दी वजह मेरी मां बनी सी, घर दे विच जुੱਤ पताण हमेशा हुंदा रहिंदा सी। ते आ भी जिहड़ी हुण घटना वो दसी जा रही है, असल दे विच घटना ये भी इस तरह वापरी है। वो कहंदा मेरी मां वास्ते दरवाजे अज भी खुले ने, ते ना असीं उहनूं कुੱਟਿਆ ते ना घरों कढ़िया। वो कहंदे मेरी मां ने फैसला ये कीता कि जां मेरी नूंह इस घर च रहूगी जां मैं रहूँगी। विआह कहंदा मेरा दूसरा है। हुण ये इस व्यक्ति दे दस्सण दी कहानी है, पहली कहानी तुसीं पहिलां भी सुण चुके हो। वो कहंदा असीं कुੱਟਿਆ भी नहीं, असीं घरों भी नहीं कढ़िया,
ਅਸੀਂ ਅੱਜ ਵੀ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਪਰ ਦੂਸਰੇ ਪਾਸੇ ਉਸ ਬਜ਼ੁਰਗ ਮਾਂ ਦਾ ਕਹਿਣਾ ਹੈ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਲਾ ਅਧਿਕਾਰੀਆਂ ਤੱਕ, ਪ੍ਰਬੰਧਕਾਂ ਤੱਕ ਆਪਣੀ ਫਰਿਆਦ ਵੀ ਲੈ ਕੇ ਗਈ ਸੀ ਕਿ ਮੈਨੂੰ ਇਨਸਾਫ ਦਿਓ ਤੇ ਇਨਸਾਫ ਦਿਵਾਓ। ਕਹਿੰਦੇ ਮੇਰੀ ਕਿਸੇ ਨੇ ਇੱਕ ਨਹੀਂ ਸੁਣੀ। ਮੈਂ ਦਰ ਦੀਆਂ ਠੋਕਰਾਂ ਖਾਣ ਵਾਸਤੇ ਮਜਬੂਰ ਹਾਂ। ਬੀਤੇ ਦਿਨੀ ਲੋਕ ਇਨਸਾਫ ਪਾਰਟੀ ਵਾਲੇ ਉਸ ਔਰਤ ਦੇ ਹੱਕ ਵਿੱਚ ਆ ਕੇ ਖੜ੍ਹ ਗਏ ਸੀ ਕਿ ਇਸ ਮਾਂ ਨੂੰ, ਇਸ ਔਰਤ ਨੂੰ ਇਨਸਾਫ ਮਿਲਣਾ ਚਾਹੀਦਾ। ਹੁਣ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਹਾਂ ਕਿ ਇਸ ਵਿਅਕਤੀ ਦੀ ਇਹ ਖਬਰ ਜਾਂ ਇਹ ਤਸਵੀਰ ਦਾ ਪਾਸਾ ਸਾਹਮਣੇ ਲਿਆਉਣ ਤੋਂ ਬਾਅਦ ਦੂਸਰੇ ਪਾਸਿਓਂ ਗੱਲ ਕੀ ਨਿਕਲ ਕੇ ਸਾਹਮਣੇ ਆਉਂਦੀ ਹੈ। ਪਰ ਹਾਲੇ ਆਹ ਖਬਰ ਚੱਲੀ ਰਹੀ ਸੀ। ਇੱਕ ਰੋਪੜ ਵਾਲੇ ਪਾਸੋਂ ਖਬਰ ਮਿਲੀ ਹੈ ਕਿ ਕਲਪਨਾ ਨਾਂ ਦੀ ਇੱਕ ਔਰਤ, ਜਿਸ ਨੇ ਦੱਸਿਆ ਕਿ ਮੇਰੇ 2 ਪੁੱਤ ਨੇ, ਦੋਵਾਂ ਦੇ ਵਿੱਚੋਂ ਵੱਡੇ ਪੁੱਤ ਤੇ ਨੂੰਹ ਨੇ ਮੇਰਾ ਕੁੱਟਾਪਾ ਕੀਤਾ। ਕੁੱਟਣ ਤੋਂ ਬਾਅਦ ਮੈਨੂੰ ਐਨ ਹਾਈਵੇ ਦੇ ਰੋਡ ਦੇ ਐਨ ਵਿਚਾਲੇ ਛੱਡ ਕੇ ਪਤਾ ਨਹੀਂ ਘੁੱਪ ਹਨੇਰੇ ਵਿੱਚ ਆਓ ਗਏ ਤੇ ਆਓ ਗਏ। ਇੱਕ ਸਮਾਜ ਸੇਵੀ ਜਥੇਬੰਦੀ ਨੇ ਮਾਤਾ ਜੀ ਨੂੰ ਦੇਖਿਆ ਤੇ ਉਹ ਸਿਵਲ ਹਸਪਤਾਲ ਦੇ ਵਿੱਚ ਮਾਂ ਨੂੰ ਭਰਤੀ ਕਰਵਾਏ ਨੇ, ਪਰ ਹਾਲਤ ਗੰਭੀਰ ਹੈ। ਰੋ ਵੀ ਰਹੀ ਸੀ, ਆਪਣਾ ਦੁੱਖੜਾ ਵੀ ਸੁਣਾ ਰਹੀ ਸੀ ਕਿ ਕੁੱਟਿਆ ਵੀ ਐਨ ਚੰਗੀ ਤਰ੍ਹਾਂ ਹੈ। ਉਹ ਤੋਂ ਬਾਅਦ ਮੈਨੂੰ ਵੱਡੇ ਪੁੱਤ ਨੇ ਤੇ ਵੱਡੀ ਨੂੰਹ ਨੇ ਕੁੱਟਿਆ ਤੇ ਹੁਣ ਮੈਨੂੰ ਆਹ ਸੜਕ ਕਿਨਾਰੇ ਹਨੇਰੇ ਦੇ ਵਿੱਚ ਛੱਡ ਕੇ ਉਹੀ ਭੱਜਿਆ। ਇਹਦੇ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਸਖਤ ਨੋਟਿਸ ਲੈ ਲਿਆ ਤੇ ਐਸਐਸਪੀ ਨੂੰ ਆਖ ਦਿੱਤਾ ਕਿ ਇਹਦੇ ਤੇ ਬਣਦੀ ਤੇ ਠੋਕ ਕੇ ਕਾਰਵਾਈ ਕਰੋ। ਜਦੋਂ ਰੋਪੜ ਦੇ ਐਸਐਸਪੀ ਸਾਹਿਬ ਨਾਲ ਗੱਲਬਾਤ ਹੋਈ, ਉਹ ਕਹਿੰਦੇ ਇਹਨਾਂ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ, ਤਫਦੀਸ਼ ਇਸ ਮਾਮਲੇ ਦੀ ਕੀਤੀ ਜਾ ਰਹੀ ਹੈ। ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀਆਂ ਕਿਹੜੀਆਂ ਪਰਤਾਂ ਹੋਰ ਖੁੱਲ੍ਹਦੀਆਂ ਨੇ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗਾ। ਇਹ ਜਿੱਥੇ ਕੁਝ ਖਬਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਬਹੁਤੀਆਂ ਸਮਾਜਿਕ ਖਬਰਾਂ ਨੇ, ਸਾਡੇ ਡਿੱਗ ਰਹੇ ਕਿਰਦਾਰ ਦੀਆਂ ਖਬਰਾਂ ਨੇ। ਤੇ ਜੇਕਰ ਖਬਰਾਂ ਚੰਗੀਆਂ ਲੱਗੀਆਂ, ਸੈਗਮੈਂਟ ਚੰਗਾ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕੋਸ਼ਿਸ਼ ਕਰਿਓ, ਅੱਗੇ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਓ ਤੇ ਨਾਲ ਲਾਈਕ ਵਾਲਾ ਬਟਨ ਜ਼ਰੂਰ ਨੱਪ ਦਿਓ। ਤੁਹਾਡਾ ਦਿਲੋਂ ਧੰਨਵਾਦੀ ਹੋਵਾਂਗਾ। ਤੇ ਹੁਣ ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।